हेलो एवरीवन, वेलकम यू ऑल इन योर ओन चैनल लर्न एवरीथिंग। सो नैक्सट ਅਸੀਂ जो टॉपिक ਕਰਨ जा रहे हैं दैट इज़ गुरु नानक देव जी ਅਤੇ ਉਹਨਾਂ ਦੀਆਂ ਸਿੱਖਿਆਵਾਂ। ਇਹ ਵੀ ईटीटी ਦੇ ਸਿਲੇਬਸ ਦੇ ਵਿੱਚ ਇਨਕਲੂਡਡ ਹੈਗਾ। ਸੋ ਐਜ਼ ਇਟ ਇਜ਼ ਹੀ ਹੈ, ਠੀਕ ਹੈ। ਇਹ ਮੈਂ 10th ਦੀ ਜੋ ਹੈ ਉਹਦੇ ਵਿੱਚੋਂ ਕਰਵਾ ਰਹੀ ਹਾਂ। 10th ਦੇ ਸਿਲੇਬਸ ਦੇ ਵਿੱਚ ਵੀ ਇਹ ਵਾਲਾ ਜੋ ਟੌਪਿਕ ਹੈਗਾ ਅਤੇ ਐਂਡ ਸਿਲੇਬਸ ਦੇ ਵਿੱਚ ਵੀ ਇਹੀ ਲਿਖਿਆ ਹੋਇਆ ਕਿ 10ਵੀਂ ਪੱਧਰ ਤੱਕ ਹੀ ਆਏਗਾ। ਕਲੀਅਰ। ਸੋ ਸ਼ੁਰੂ ਕਰਦੇ ਹਾਂ ਜੀ। ਜਨਮ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸੀ, ਇਹ ਸਾਨੂੰ ਪਤਾ। ਭਾਈ ਮਿਹਰਬਾਨ ਅਤੇ ਭਾਈ ਮਨੀ ਸਿੰਘ ਦੀ ਪੁਰਾਤਨ ਸਾਖੀ ਜਿਹੜੀ ਆ ਉਸ ਦੇ ਅਨੁਸਾਰ ਉਹਨਾਂ ਦਾ ਜਨਮ ਕਦੋਂ ਹੋਇਆ? 15 ਅਪ੍ਰੈਲ 1469 ਈਸਵੀ ਨੂੰ ਤਲਵੰਡੀ ਨਾਮ ਦੇ ਸਥਾਨ ਵਿਖੇ ਹੋਇਆ, ਜਿਹਨੂੰ ਅੱਜ ਕੱਲ੍ਹ ਅਸੀਂ ਇਸ ਸਥਾਨ ਨੂੰ ਨਨਕਾਣਾ ਸਾਹਿਬ ਕਹਿੰਦੇ ਹਾਂ। ਠੀਕ ਹੈ ਜੀ, ਕਿ ਮਤਲਬ ਸਿੱਖ ਧਰਮ ਦੇ ਮੋਢੀ ਸੀ। ਮਤਲਬ ਭਾਈ ਮਿਹਰਬਾਨ ਅਤੇ ਭਾਈ ਮਨੀ ਸਿੰਘ ਦੀਆਂ ਜਿਹੜੀਆਂ ਸਾਨੂੰ ਪੁਰਾਤਨ ਸਾਖੀਆਂ ਮਿਲਦੀਆਂ ਨਾ, ਉਹਨਾਂ ਦੇ ਅਕੋਰਡਿੰਗ ਨਾ ਜਨਮ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ 15 ਅਪ੍ਰੈਲ 1469 ਈਸਵੀ ਨੂੰ ਤਲਵੰਡੀ ਨਾਮ ਦੇ ਸਥਾਨ 'ਤੇ ਹੋਇਆ, ਜਿਹਨੂੰ ਅੱਜ ਕੱਲ੍ਹ ਕੀ ਕਹਿੰਦੇ ਆ ਜੀ? ਨਨਕਾਣਾ ਸਾਹਿਬ ਕਹਿੰਦੇ ਆ। ਮਾਤਾ ਪਿਤਾ ਇਹਨਾਂ ਦੀ, ਮਾਤਾ ਦਾ ਨਾਮ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਰਾਮ ਜੀ ਸੀ। ਮਹਿਤਾ ਕਾਲੂ ਜੀ ਇੱਕ ਪਟਵਾਰੀ ਸਨ, ਪਟਵਾਰੀ ਦਾ ਉਹ ਕੰਮ ਕਰਦੇ ਸੀ। ਜਨੇਊ ਦੀ ਰਸਮ 'ਚ ਕੀ ਹੋਇਆ ਸੀ? ਗੁਰੂ ਨਾਨਕ ਦੇਵ ਜੀ ਫਜ਼ੂਲ ਦੇ ਅਡੰਬਰਾਂ ਦੇ ਵਿਰੁੱਧ ਸੀ। ਮਤਲਬ ਉਹਨਾਂ ਇਹ ਜਿਹੜੇ ਅਡੰਬਰ ਉਹਦੀ ਪਖੰਡ ਸੀ ਉਹਨਾਂ ਦੇ ਵਿਰੁੱਧ ਸੀਗੇ। ਇਸ ਲਈ ਉਹਨਾਂ ਨੇ ਸੂਤ ਦੇ ਧਾਗੇ ਨਾਲ ਬਣਿਆ ਜਨੇਊ ਜਿਹੜਾ ਪਾਉਣ ਤੋਂ ਕੀ ਕਰ ਦਿੱਤਾ ਸੀ? ਇਨਕਾਰ ਕਰ ਦਿੱਤਾ ਸੀ। ਸੱਚੇ ਸੌਦੇ ਦੀ ਘਟਨਾ ਵੀ ਤੁਹਾਨੂੰ ਪਤਾ ਹੋਣੀ ਹੈ। ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਨੇ ਵਪਾਰ ਕਰਨ ਲਈ 20 ਰੁਪਏ ਦਿੱਤੇ ਸੀ। ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਇਹਨਾਂ ਰੁਪਇਆਂ ਨਾਲ ਕੀ ਕੀਤਾ ਸੀ? ਭੁੱਖੇ ਸਾਧੂ ਸੰਤਾਂ ਨੂੰ ਭੋਜਨ ਕਰਾ ਕੇ ਸੱਚਾ ਸੌਦਾ ਕੀਤਾ ਸੀ। ਉਸ ਤੋਂ ਬਾਅਦ ਹੈ ਗਿਆਨ ਦੀ ਪ੍ਰਾਪਤੀ। ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਜਿਹੜੀ ਉਹ ਕਿੱਥੇ ਹੋਈ ਸੀ? ਵੇਈ ਨਦੀ ਵਿੱਚ ਇਸ਼ਨਾਨ ਕਰਦੇ ਸਮੇਂ ਹੋਏ ਸੀ। ਉਹਨਾਂ ਨੇ ਨਦੀ ਵਿੱਚ ਗੋਤਾ ਲਾਇਆ ਅਤੇ 3 ਦਿਨ ਬਾਅਦ ਬਾਹਰ ਪ੍ਰਗਟ ਹੋਏ। ਮਤਲਬ 3 ਦਿਨ ਉਹ ਵੇਈ ਨਦੀ ਦੇ ਅੰਦਰ ਹੀ ਰਹੇ। ਉੱਥੇ ਉਹਨਾਂ ਨੂੰ ਸੱਚੇ ਗਿਆਨ ਦੀ ਕੀ ਹੋਈ ਸੀ? ਪ੍ਰਾਪਤੀ ਹੋਈ। ਉਸ ਤੋਂ ਬਾਅਦ ਹੈ ਉਦਾਸੀਆਂ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਹੈ ਉਹਨਾਂ ਦੀਆਂ ਯਾਤਰਾਵਾਂ। ਠੀਕ ਹੈ, ਯਾਤਰਾਵਾਂ ਦੀ ਗੱਲ ਕੀਤੀ ਆ। ਉਹਨਾਂ ਨੇ ਇੱਕ ਉਦਾਸੀ ਦੇ ਭੇਸ਼ ਵਿੱਚ ਕੀਤੀਆਂ। ਇਹਨਾਂ ਉਦਾਸੀਆਂ ਦਾ ਉਦੇਸ਼ ਕੀ ਸੀਗਾ? ਦੇਖੋ, ਇਹ ਪੁੱਛਿਆ ਜਾ ਸਕਦਾ ਕਿ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਨਾ, ਇਹ ਯਾਤਰਾਵਾਂ ਕੀਤੀਆਂ, ਉਹਨਾਂ ਦਾ ਉਦੇਸ਼ ਕੀ ਸੀ? ਉਹਨਾਂ ਦਾ ਉਦੇਸ਼ ਸੀਗਾ ਜਿਹੜੇ ਅੰਧ ਵਿਸ਼ਵਾਸ ਹਨ ਇਹਨਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ। ਠੀਕ ਹੈ, ਉਹਨਾਂ ਨੇ ਵੱਖ-ਵੱਖ ਦਿਸ਼ਾਵਾਂ ਵਿੱਚ 3 ਮਹੱਤਵਪੂਰਨ ਜਿਹੜੀਆਂ ਉਦਾਸੀਆਂ ਕੀਤੀਆਂ। ਉਸ ਤੋਂ ਬਾਅਦ ਇਹ ਗੱਲ ਹੈ ਕਰਤਾਰਪੁਰ ਵਿੱਚ ਨਿਵਾਸ ਦੀ। 1522 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਪਰਿਵਾਰ ਸਾਹਿਤ ਕਰਤਾਰਪੁਰ ਆ ਕੇ ਵਸ ਗਏ ਸੀ। ਇੱਥੇ ਰਹਿ ਕੇ ਉਹਨਾਂ ਨੇ ਦੇਖੋ ਕਿਹੜੀਆਂ ਜੋ ਹੈਗੀਆਂ ਬਾਣੀਆਂ ਦੀ ਰਚਨਾ ਕੀਤੀਆਂ, ਇੰਪੋਰਟੈਂਟ ਆ। ਇੱਕ ਉਹਨਾਂ ਨੇ ਵਾਰ ਮਲਾਰ, ਇੱਕ ਵਾਰ ਮਾਝ, ਇੱਕ ਵਾਰ ਆਸਾ, ਜਪਜੀ, ਦੱਖਣੀ ਓਂਕਾਰ, ਪੱਟੀ, 12 ਮਾਹ, ਇਹ ਆਦਿ ਇੱਦਾਂ ਦੀਆਂ ਬਾਣੀਆਂ ਦੀ ਰਚਨਾ ਕੀਤੀਆਂ। ਗੁਰੂ ਸਾਹਿਬ ਨੇ ਇੱਥੇ ਹੀ ਸੰਗਤ ਅਤੇ ਪੰਗਤ ਦੀ ਵੀ ਨੀਂਹ ਰੱਖੀ ਹੈ। ਪੁੱਛਿਆ ਜਾ ਸਕਦਾ ਸੰਗਤ ਅਤੇ ਪੰਗਤ ਦੀ ਨੀਂਹ ਕਿਹਨੇ ਰੱਖੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ। ਉਸ ਤੋਂ ਬਾਅਦ ਹੈ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ। ਗੁਰੂ ਜੀ ਦੇ ਆਖਰੀ ਸਾਲ ਵੀ ਕਰਤਾਰਪੁਰ ਜੋ ਪਾਕਿਸਤਾਨ ਵਿੱਚ ਹੈ ਧਰਮ ਦਾ ਪ੍ਰਚਾਰ ਕਰਦੇ ਹੀ ਬੀਤੇ। 22 ਸਤੰਬਰ 1539 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ। ਇਸ ਤੋਂ ਪਹਿਲਾਂ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇੱਕ ਤਾਂ ਇੱਥੇ ਇਹ ਵਾਲੀ ਡੇਟ ਇੰਪੋਰਟੈਂਟ ਆ। ਉਸ ਤੋਂ ਬਾਅਦ ਉਹਨੇ ਕਿਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ? ਭਾਈ ਲਹਿਣਾ ਜੀ ਨੂੰ। ਉਸ ਤੋਂ ਬਾਅਦ ਪਰਮਾਤਮਾ ਬਾਰੇ ਉਹਨਾਂ ਦੇ ਕੀ ਵਿਚਾਰ ਸੀ? ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਇੱਕ ਹੈ, ਉਹ ਨਿਰੰਕਾਰ ਹੈ। ਠੀਕ ਹੈ, ਸਰਵ ਵਿਆਪੀ, ਸਰਵ ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ। ਉਸ ਨੂੰ ਆਤਮ ਤਿਆਗ ਅਤੇ ਸੱਚੇ ਗੁਰੂ ਦੀ ਸਹਾਇਤਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਗੱਲ ਆਉਂਦੀ ਸੰਗਤ ਅਤੇ ਪੰਗਤ ਦੀ। ਸੰਗਤ ਤੋਂ ਭਾਵ ਹੈ ਗੁਰੂ ਜੀ ਦੇ ਚੇਲਿਆਂ ਦਾ ਉਹ ਸਮੂਹ ਜੋ ਇਕੱਠੇ ਬੈਠ ਕੇ ਗੁਰੂ ਜੀ ਦੇ ਉਪਦੇਸ਼ਾਂ 'ਤੇ ਵਿਚਾਰ ਕਰਦੇ ਹਨ। ਅਤੇ ਪੰਗਤ ਕੀ ਹੈ? ਮਤਲਬ ਜਦੋਂ ਸਾਰੇ ਚੇਲੇ ਇਕੱਠੇ ਮਿਲ ਕੇ ਇੱਕ ਹੀ ਪੰਗਤੀ ਵਿੱਚ ਬੈਠ ਕੇ ਲੰਗਰ ਛਕਦੇ ਹਨ, ਉਹਨੂੰ ਕਹਿੰਦੇ ਪੰਗਤ। ਉਸ ਤੋਂ ਬਾਅਦ ਕੁਛ ਇੰਪੋਰਟੈਂਟ ਕੁਐਸਚਨ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਕੀ ਮਤਭੇਦ ਸੀ? ਦੇਖੋ, ਜਿਹੜੀ ਤਾਂ ਹੈ ਭਾਈ ਬਾਲਾ ਜੀ ਦੀ ਸਾਖੀ, ਉਸ ਅਨੁਸਾਰ ਗੁਰੂ ਜੀ ਦਾ ਜਨਮ 1469 ਈਸਵੀ ਵਿੱਚ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ। ਪਰੰਤੂ ਜਿਹੜੇ ਜ਼ਿਆਦਾਤਰ ਆਧੁਨਿਕ ਇਤਿਹਾਸਕਾਰ ਗੁਰੂ ਜੀ ਦੀ ਵਿਸਾਖ ਦੀ ਜਨਮ ਤਰੀਕ ਨੂੰ, ਠੀਕ ਆ, ਵਿਸਾਖ ਦੀ ਜਨਮ ਤਰੀਕ ਨੂੰ ਜ਼ਿਆਦਾ ਸਹੀ ਮੰਨਦੇ ਆ। ਮਤਲਬ ਇੱਕ ਇਹ ਹੈ ਕੱਤਕ ਮਹੀਨੇ ਦੀ ਪੂਰਨਮਾਸ਼ੀ ਅਤੇ ਵਿਸਾਖ, ਇਹਨਾਂ ਦਾ ਥੋੜ੍ਹਾ ਹੈ। ਉਸ ਤੋਂ ਬਾਅਦ ਕਿਸ ਘਟਨਾ ਨੂੰ ਸੱਚੇ ਸੌਦੇ ਦਾ ਨਾਮ ਦਿੱਤਾ ਗਿਆ? ਜਦੋਂ ਉਹਨਾਂ ਦੇ ਜੋ ਪਿਤਾ ਜੀ ਸੀਗੇ ਉਹਨਾਂ ਨੇ ਉਹਨੂੰ 20 ਰੁਪਏ ਦਿੱਤੇ ਸੀਗੇ ਤਾਂ ਉਹਨਾਂ ਨੇ ਉਹਦੇ ਨਾਲ ਸਾਧੂ ਸੰਤਾਂ ਨੂੰ ਭੋਜਨ ਛਕਵਾ ਦਿੱਤਾ ਸੀਗਾ। ਠੀਕ ਹੈ, ਅਤੇ ਉਹਨੂੰ ਸੱਚੇ ਸੌਦੇ ਦੀ ਘਟਨਾ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ? ਉਹਨਾਂ ਦੇ ਪੁੱਤਰਾਂ ਦੇ ਨਾਮ ਲਿਖੋ। ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੀਗੇ ਬੀਬੀ ਸੁਲੱਖਣੀ ਜੀ ਸੀਗੇ, ਉਹ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸੀਗੇ। ਉਹਨਾਂ ਦੇ ਪੁੱਤਰ ਦਾ ਨਾਮ ਸੀਗਾ ਸ਼੍ਰੀ ਚੰਦ ਅਤੇ ਲਖਮੀ ਦਾਸ।
ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ, ਠੀਕ ਹੈ, ਅਤੇ ਇਸ ਦਾ ਭਾਵ ਕੀ ਸੀ। ਗੁਰੂ ਨਾਨਕ ਦੇਵ ਜੀ ਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਸ ਦਾ ਅਰਥ ਕੀ ਹੈ, ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ। ਠੀਕ ਹੈ ਜੀ। ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ ਕੀ ਕੰਮ ਕੀਤਾ। ਦੇਖੋ ਸੁਲਤਾਨਪੁਰ ਲੋਧੀ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀ ਨਾ, ਉੱਥੇ ਉਹਨਾਂ ਨੇ ਉੱਥੋਂ ਦੇ ਜਿਹੜੇ ਫੌਜਦਾਰ ਦੌਲਤ ਖਾਂ ਸੀਗੇ ਦੇ ਸਰਕਾਰੀ ਉੱਥੇ ਇੱਕ ਮੋਦੀਖਾਨਾ ਸੀ, ਉਹਦੇ ਵਿੱਚ ਭੰਡਾਰੀ ਦਾ ਕੰਮ ਕੀਤਾ। ਕਿੱਥੇ, ਇੱਕ ਫੌਜਦਾਰ ਸੀਗੇ ਦੌਲਤ ਖਾਂ, ਉਹਦੇ 'ਤੇ ਇੱਕ ਸਰਕਾਰੀ ਮੋਦੀਖਾਨਾ ਸੀ, ਉਹਦੇ ਵਿੱਚ ਭੰਡਾਰੀ ਦਾ ਕੰਮ ਕੀਤਾ। ਅੱਗੇ ਹੈ ਜੀ ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ 4 ਬਾਣੀਆਂ ਦੇ ਨਾਮ ਲਿਖੋ। ਵਾਰ ਮਲਾਰ, ਵਾਰ ਮਾਝ, ਵਾਰ ਆਸਾ, ਜਪਜੀ ਤੇ ਬਾਰਾਂਮਾਹ। ਠੀਕ ਹੈ, ਯਾਦ ਰੱਖਣੀ ਹੈ। ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ਸੀ। ਕੁਰੂਕਸ਼ੇਤਰ ਵਿੱਚ ਗੁਰੂ ਜੀ ਨੇ ਵਿਚਾਰ ਦਿੱਤਾ ਕਿ ਮਨੁੱਖ ਨੂੰ ਆਪਣੀ ਸਰੀਰਕ ਪਵਿੱਤਰਤਾ ਦੀ ਬਜਾਏ ਆਪਣੇ ਮਨ ਅਤੇ ਆਤਮਾ ਦੀ ਪਵਿੱਤਰਤਾ 'ਤੇ ਜ਼ੋਰ ਦੇਣਾ। ਮਤਲਬ ਸਰੀਰਕ ਪਵਿੱਤਰਤਾ 'ਤੇ ਜ਼ੋਰ ਦੇਣ ਦੀ ਬਜਾਏ ਜ਼ਿਆਦਾ ਸਾਨੂੰ ਕਿਤੇ ਜ਼ੋਰ ਦੇਣਾ ਚਾਹੀਦਾ, ਆਪਣੀ ਮਨ ਅਤੇ ਆਤਮਾ ਦੀ ਪਵਿੱਤਰਤਾ 'ਤੇ ਜ਼ੋਰ ਦੇਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਨਾਰਸ ਯਾਤਰਾ ਬਾਰੇ ਫਿਰ ਕੀ ਲਿਖਿਆ। ਉਹਨਾਂ ਨੇ ਕਿਹਾ ਬਨਾਰਸ ਵਿੱਚ ਗੁਰੂ ਜੀ ਦੀ ਭੇਟ ਪੰਡਿਤ ਚਤੁਰਦਾਸ ਜੀ ਨਾਲ ਹੋਈ। ਠੀਕ ਹੈ, ਜੋ ਗੁਰੂ ਜੀ ਦੇ ਉਪਦੇਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਫਿਰ ਉਹ ਉਹਨਾਂ ਦਾ ਚੇਲਾ ਬਣ ਗਿਆ। ਕਿਹਨਾਂ ਹੋਈ ਸੀ, ਪੰਡਿਤ ਚਤੁਰਦਾਸ ਨਾਲ। ਅੱਗੇ ਹੈ ਜੀ ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣਾ, ਹੱਥ ਵਿੱਚ ਡੰਡਾ ਫੜਨਾ, ਸਿਰ ਮਨਾਉਣਾ, ਸਰੀਰ ਤਿਆਗਣ ਵਰਗੇ ਇਹ ਵਿਅਰਥ ਦੇ ਅਡੰਬਰ ਆ। ਠੀਕ ਹੈ, ਇਹਨਾਂ ਨਾਲ ਮਨੁੱਖ ਨੂੰ ਮੁਕਤੀ ਨਹੀਂ ਹੁੰਦੀ, ਮਤਲਬ ਮੁਕਤੀ ਨਹੀਂ ਮਿਲਦੀ ਇਹਨਾਂ ਨਾਲ। ਠੀਕ ਹੈ, ਉੱਥੇ ਉਹਨਾਂ ਨੇ ਜਿਹੜੇ ਸਿੱਧ ਤੇ ਜੋਗੀ ਸੀ ਉਹਨਾਂ ਨੂੰ ਇਹ ਉਪਦੇਸ਼ ਦਿੱਤਾ। ਠੀਕ ਹੈ, ਸੋ ਰਿਪੀਟ ਕਰ ਲੈਂਦੇ ਹਾਂ। ਸੁਲਤਾਨਪੁਰ ਲੋਧੀ ਵਿਖੇ ਉਹਨਾਂ ਨੇ ਕਿਸ ਕੋਲ ਕਿਹੜਾ ਕੰਮ ਕੀਤਾ ਸੀ। ਜਿਹੜੇ ਫੌਜਦਾਰ ਦੌਲਤ ਖਾਂ ਸੀਗੇ ਉਹਨਾਂ ਦੇ ਸਰਕਾਰੀ ਮੋਦੀਖਾਨੇ ਵਿੱਚ ਭੰਡਾਰੀ ਦਾ ਕੰਮ ਕੀਤਾ। ਬਾਣੀਆਂ ਕਿਹੜੀਆਂ ਕਿਹੜੀਆਂ ਬਾਬਾ ਜੀ ਨੇ ਰਚੀਆਂ ਸੀ, ਉਹ ਸੀਗੇ ਵਾਰ ਮੱਲਾਰ, ਵਾਰ ਮਾਝ, ਵਾਰ ਆਸਾ, ਜਪਜੀ ਤੇ ਬਾਰਾਂਮਾਹ। ਗੁਰੂ ਨਾਨਕ ਕੁਰੂਕਸ਼ੇਤਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਕੀ ਵਿਚਾਰ ਦਿੱਤੇ ਸੀ ਕਿ ਸਰੀਰਕ ਪਵਿੱਤਰਤਾ ਦੀ ਬਜਾਏ ਜ਼ਿਆਦਾਤਰ ਕਿਤੇ ਧਿਆਨ ਦਿਓ ਮਨ ਅਤੇ ਆਤਮਾ ਦੀ ਪਵਿੱਤਰਤਾ। ਬਨਾਰਸ ਯਾਤਰਾ ਵੀ ਜਦੋਂ ਹੋਈ ਸੀ ਉਦੋਂ ਉਹਨਾਂ ਨੂੰ ਉੱਥੇ ਪੰਡਿਤ ਚਤੁਰਦਾਸ ਨਾਲ ਉਹਨਾਂ ਦੀ ਭੇਟ ਹੋਈ ਅਤੇ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਉਹਨਾਂ ਦੇ ਉਪਦੇਸ਼ਾਂ ਤੋਂ ਅਤੇ ਉਹਨਾਂ ਦਾ ਚੇਲਾ ਬਣ ਗਿਆ। ਸਿੱਧਾਂ ਦੇ ਜੋਗੀਆਂ ਉਹਨਾਂ ਨੇ ਕਿਹਾ ਕਿ ਹੱਥ ਵਿੱਚ ਡੰਡਾ ਫੜਨਾ, ਸਰੀਰ 'ਤੇ ਸੁਆਹ ਮਲਣੀ, ਸਿਰ ਮਨਾਉਣਾ, ਇਹ ਸਾਰੇ ਜਿਹੜੇ ਅਡੰਬਰ ਆ ਨਾ, ਇਹਨਾਂ ਨਾਲ ਕੋਈ ਮੁਕਤੀ ਨਹੀਂ ਮਿਲਦੀ। ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਕਿਹੋ ਜਿਹਾ ਸੀ। ਠੀਕ ਹੈ, ਉਹ ਨਿਰਾਕਾਰ, ਸਰਵ ਸ਼ਕਤੀਮਾਨ, ਸਰਵ ਵਿਆਪਕ ਅਤੇ ਸਰਵ ਉੱਚ ਹੈ। ਇਹ ਕਿਹਾ ਸੀ ਉਹਨਾਂ ਨੇ। ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ। ਗੁਰੂ ਨਾਨਕ ਦੇਵ ਜੀ ਸਦਗੁਣਾ, ਜਿਸ 'ਚ ਗੁਣ, ਸਦਗੁਣ ਦੇ ਧਾਗਿਆਂ ਤੋਂ ਬਣਿਆ ਜਨੇਊ ਪਹਿਨਣਾ ਚਾਹੁੰਦੇ ਸਨ। ਸੱਚੇ ਸੌਦੇ ਦਾ ਕੀ ਭਾਵ ਹੈ, ਪਵਿੱਤਰ ਵਪਾਰ, ਸੱਚਾ ਸੌਦਾ, ਪਵਿੱਤਰ ਵਪਾਰ, ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ 20 ਰੁਪਇਆਂ ਨਾਲ ਫਕੀਰਾਂ ਨੂੰ ਰੋਟੀ ਖਵਾ ਕੇ ਕੀਤਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਲਿਖੋ। ਦੇਖੋ ਉਹਨਾਂ ਨੇ ਪਹਿਲੀ ਗੱਲ ਕਹੀ ਪਰਮਾਤਮਾ ਇੱਕ ਹੈ, ਉਹਨੂੰ ਵੰਡਿਆ ਨਹੀਂ ਜਾ ਸਕਦਾ। ਉਹਨਾਂ ਨੇ ਇੱਕ ਓਮਕਾਰ ਦਾ ਉਪਦੇਸ਼ ਦਿੱਤਾ ਸੀ। ਨਿਰਾਕਾਰ ਅਤੇ ਅਮੂਰਤ ਹੈ, ਮਤਲਬ ਉਹਨਾਂ ਨੇ ਦੱਸਿਆ ਨਿਰਾਕਾਰ ਕਿ ਉਹਦਾ ਕੋਈ ਆਕਾਰ, ਕੋਈ ਰੰਗ ਰੂਪ ਨਹੀਂ ਹੈ, ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿੱਚ ਕੀਤਾ ਹੀ ਨਹੀਂ ਜਾ ਸਕਦਾ। ਉਹਨਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲ ਮੂਰਤ ਹੈ, ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਹੀ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਪਰਮਾਤਮਾ ਸਰਵ ਵਿਆਪਕ ਅਤੇ ਸਰਵ ਸ਼ਕਤੀਮਾਨ ਹੈ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਦੱਸਿਆ। ਉਹਨਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿੱਚ ਮੌਜੂਦ ਹੈ। ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ। ਠੀਕ ਹੈ, ਉਸ ਤੋਂ ਬਾਅਦ ਪਰਮਾਤਮਾ ਸਰਵ ਸ਼੍ਰੇਸ਼ਟ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਕੀ ਹੈ, ਸਰਵ ਸ਼੍ਰੇਸ਼ਟ ਹੈ, ਉਹ ਅਦੁੱਤੀ ਹੈ, ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਦੱਸਿਆ ਹੀ ਨਹੀਂ ਜਾ ਸਕਦਾ। ਦਿਆਲੂ ਹੈ ਪਰਮਾਤਮਾ ਬਹੁਤ, ਉਹਨਾਂ ਨੇ ਕਿਹਾ ਪਰਮਾਤਮਾ ਬਹੁਤ ਦਿਆਲੂ ਹੈ, ਉਹ ਜ਼ਰੂਰਤ ਪੈਣ 'ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਵੇਲੇ ਕਿੱਥੇ ਗਏ। ਉਹ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਗਏ। ਇੱਥੇ ਉਹਨਾਂ ਨੇ ਬਿਲਾਸਪੁਰ, ਮੰਡੀ, ਸੁਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਤੀ ਆਦਿ ਸਥਾਨਾਂ ਦਾ ਦੌਰਾ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ। ਇਸ ਉਦਾਸੀ ਵਿੱਚ ਗੁਰੂ ਸਾਹਿਬ ਤਿੱਬਤ, ਕੈਲਾਸ਼ ਪਰਬਤ, ਲੱਦਾਖ, ਕਸ਼ਮੀਰ ਵਿੱਚ ਵੀ ਗਏ। ਫਿਰ ਉਹ ਹਸਨ, ਅਬਦਾਲ ਅਤੇ ਸਿਆਲਕੋਟ ਦਾ ਦੌਰਾ ਕੀਤਾ। ਉੱਥੋਂ ਆਪਣੇ ਨਿਵਾਸ ਸਥਾਨ ਫਿਰ ਕਰਤਾਰਪੁਰ ਚਲੇ ਗਏ। ਜਨੇਊ ਦੀ ਰਸਮ ਦਾ ਵਰਣਨ ਕਰੋ।
ਅਜੇ ਗੁਰੂ ਨਾਨਕ ਦੇਵ ਦੀ ਸਿੱਖਿਆ ਹੀ ਚੱਲ ਰਹੀ ਸੀ ਕਿ ਉਹਨਾਂ ਦੇ ਮਾਪਿਆਂ ਨੇ ਜਿਹੜੀ ਪੁਰਾਤਨ ਸਨਾਤਨੀ ਰੀਤੀ ਸੀਗੀ ਉਹਦੇ ਅਨੁਸਾਰ ਉਹਨਾਂ ਜਨੇਊ ਪਵਾਉਣਾ ਚਾਹਿਆ। ਉਹ ਵਿਸ਼ੇਸ਼ ਰਸਮ ਉੱਤੇ ਸਾਕ ਸੰਬੰਧੀਆਂ ਨੂੰ ਵੀ ਬੁਲਾਇਆ ਜਾਂਦਾ। ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਜਨੇਊ ਪਾਉਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, ਮੈਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇੱਕ ਸਥਾਈ ਜਨੇਊ ਚਾਹੀਦਾ ਹੈ। ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗਿਆਂ ਨਾਲ ਬਣਿਆ ਹੋਵੇ। ਉਸ ਤੋਂ ਬਾਅਦ ਪਹਿਲੀ ਉਦਾਸੀ ਸਮੇਂ ਕਿੱਥੇ ਕਿੱਥੇ ਗਏ ਉਹ? ਪਹਿਲਾਂ ਤਾਂ ਸੁਲਤਾਨਪੁਰ ਤੋਂ ਚੱਲ ਕੇ ਉਹ ਸ਼ਹਿਦਪੁਰ ਗਏ। ਉੱਥੇ ਉਹਨਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ। ਫਿਰ ਉਹ ਤੁਲੰਬਾ ਸੱਜਣ ਠੱਗ ਕੋਲ, ਕੁਰੂਕਸ਼ੇਤਰ ਤੇ ਪਾਣੀਪਤ ਗਏ। ਇਸ ਥਾਵਾਂ 'ਤੇ ਉਹਨਾਂ ਨੇ ਲੋਕਾਂ ਨੂੰ ਅਲੱਗ-ਅਲੱਗ ਸ਼ੁਭ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਪਾਣੀਪਤ ਤੋਂ ਹੁੰਦੇ ਹੋਏ ਦਿੱਲੀ, ਹੁੰਦੇ ਹੋਏ ਫਿਰ ਹਰਿਦੁਆਰ ਚਲੇ ਗਏ। ਇੱਥੇ ਉਹਨਾਂ ਨੇ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ। ਫਿਰ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ, ਗੋਰਖਮਤਾ, ਬਨਾਰਸ, ਪਟਨਾ, ਹਾਜ਼ੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਾਨਾਥਪੁਰੀ ਅਤੇ ਦੱਖਣ ਭਾਰਤ ਦੇ ਕਈ ਸਥਾਨਾਂ ਦਾ ਫਿਰ ਉਹਨਾਂ ਨੇ ਦੌਰਾ ਕੀਤਾ। ਅੰਤ ਵਿੱਚ ਪਾਕਪਟਨਮ ਤੋਂ ਦੀਪਾਲਪੁਰ ਹੁੰਦੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ। ਜਿੱਦਾਂ ਦੂਸਰੀ ਉਦਾਸੀ ਸਮੇਂ ਉਹ ਸਾਰਾ ਘੁੰਮ ਕੇ ਫਿਰ ਉੱਥੇ ਚਲੇ ਗਏ ਸੀ ਕਰਤਾਰਪੁਰ, ਜਿਹਦੇ ਵਿੱਚ ਉਹ ਫਿਰ ਸੁਲਤਾਨਪੁਰ ਲੋਧੀ ਪਹੁੰਚੇ। ਤੀਜੀ ਉਦਾਸੀ ਦੇ ਵੀ ਮਹੱਤਵਪੂਰਨ ਸਥਾਨ ਦੇਖ ਲਓ। ਇਹਦਾ ਆਰੰਭ ਉਹਨਾਂ ਨੇ ਜਿਹੜਾ ਆ ਪਾਕਪਟਨਮ ਤੋਂ ਕੀਤਾ। ਠੀਕ ਹੈ। ਅੰਤ ਵਿੱਚ ਸ਼ਹਿਦਪੁਰ ਆ ਗਏ। ਫਿਰ ਇੱਥੇ ਉਹਨਾਂ ਨੇ ਅਲੱਗ-ਅਲੱਗ ਮੁਲਤਾਨ, ਮੱਕਾ, ਮਦੀਨਾ, ਬਗਦਾਦ, ਈਰਾਨ, ਕੰਧਾਰ, ਕਾਬਲ, ਪਿਸ਼ਾਵਰ, ਹਸਨ, ਅਬਦਾਲ ਤੇ ਗੁਜਰਾਤ, ਇਹਨਾਂ ਜਗ੍ਹਾ 'ਤੇ ਗਏ। ਕਰਤਾਰਪੁਰ ਜਿਹੜਾ ਜੀਵਨ ਬਤਾਇਆ ਉਹਦੇ ਬਾਰੇ ਕੁਛ ਮਤਲਬ ਇਹਦੇ ਵਿੱਚ ਵੇਰਵਾ ਪੁੱਛਿਆ ਹੋਇਆ। 1522 ਈਸਵੀ ਦੇ ਲਗਭਗ ਨਾ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇੱਕ ਨਵਾਂ ਸ਼ਹਿਰ ਵਸਾਇਆ। ਕਿਹੜੇ? ਰਾਵੀ ਦਰਿਆ, ਇਹ ਧਿਆਨ ਰੱਖਣਾ। ਇਸ ਸ਼ਹਿਰ ਦਾ ਨਾਮ ਉਹਨਾਂ ਨੇ ਰੱਖਿਆ ਕਰਤਾਰਪੁਰ, ਭਾਵ ਪਰਮਾਤਮਾ ਦਾ ਸ਼ਹਿਰ। ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਜਿਹੜੇ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਿਤਾਏ। ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਵਿੱਚ ਕਿੱਥੇ ਲਿਖਿਆ? ਬਾਰਾਂਮਲਾਰ, ਵਾਰਮਾਝ, ਵਾਰ ਆਸਾਂ, ਜਪਜੀ, ਪੱਟੀ, ਦੱਖਣੀ ਓਂਕਾਰ ਤੇ ਬਾਰਾਂਮਾਹ। ਕਿਹੜੇ? ਬਾਰਾਂਮਲਾਰ, ਵਾਰਮਾਝ, ਵਾਰ ਆਸਾਂ, ਜਪਜੀ, ਪੱਟੀ, ਦੱਖਣੀ ਓਂਕਾਰ ਤੇ ਬਾਰਾਂਮਾਹ, ਇਹ ਰਚਨਾ ਕੀਤੀਆਂ। ਤੇ ਕਰਤਾਰਪੁਰ ਵਿੱਚ ਉਹਨਾਂ ਨੇ ਸੰਗਤ ਤੇ ਪੰਗਤ ਦੀ ਸੰਸਥਾ, ਸੰਗਤ ਤੇ ਪੰਗਤ ਦਾ ਮਤਲਬ ਦੱਸਿਆ ਸੀ ਨਾ। ਕੁਛ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦੇ ਦੇਖ ਕੇ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਭਾਈ ਲਹਿਣਾ ਜੀ ਜੋ ਸਿੱਖਾਂ ਦੇ ਦੂਜੇ ਗੁਰੂ ਸਨ, ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਉਸ ਤੋਂ ਬਾਅਦ ਸਿੱਖ ਧਰਮ ਦੇ ਸੰਸਥਾਪਕ ਜਾਂ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ? ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦਾ ਜਨਮ ਕਦੋਂ ਹੋਇਆ? 15 ਅਪ੍ਰੈਲ 1669 ਈਸਵੀ ਨੂੰ, ਵਿਸਾਖ ਮਹੀਨਾ ਜੋ ਜ਼ਿਆਦਾਤਰ ਮੰਨਿਆ ਜਾਂਦਾ। ਠੀਕ ਹੈ। ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ? ਗੁਰੂ ਨਾਨਕ ਸਾਹਿਬ ਦਾ ਜਨਮ ਲਾਹੌਰ ਦੇ ਦੱਖਣ ਪੱਛਮ ਵਿੱਚ 16 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਤਲਵੰਡੀ ਨਾਂ ਦੇ ਪਿੰਡ ਵਿੱਚ ਹੋਇਆ, ਜਿਹਨੂੰ ਅਸੀਂ ਅੱਜ ਕੱਲ੍ਹ ਨਨਕਾਣਾ ਸਾਹਿਬ ਕਹਿੰਦੇ ਹਾਂ। ਕਿੱਥੇ? ਲਾਹੌਰ ਦੇ ਦੱਖਣ ਪੱਛਮ ਵਿੱਚ 64 ਕਿਲੋਮੀਟਰ ਦੀ ਦੂਰੀ 'ਤੇ। ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਜੀ। ਉਸ ਤੋਂ ਬਾਅਦ ਉਹਨਾਂ ਨੂੰ ਕਿਸ ਪਾਠਸ਼ਾਲਾ ਵਿੱਚ ਪੜ੍ਹਨ ਲਈ ਭੇਜਿਆ ਹੈ? ਗੁਰੂ ਨਾਨਕ ਦੇਵ ਜੀ ਨੂੰ ਪੰਡਤ ਗੋਪਾਲ ਦੀ ਪਾਠਸ਼ਾਲਾ ਵਿੱਚ। 20 ਰੁਪਏ ਨਾਲ ਫਕੀਰਾਂ ਜਿਹੜਾ ਭੋਜਨ ਕਰਾਇਆ, ਇਸ ਘਟਨਾ ਨੂੰ ਕੀ ਕਹਿੰਦੇ? ਸੱਚੇ ਸੌਦੇ ਦੀ ਘਟਨਾ। ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਭੇਜਿਆ ਗਿਆ ਸੀ? ਦੇਖੋ, ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਭੈਣ ਜੋ ਸੀਗੇ ਭੈਣ ਨਾਨਕੀ ਤੇ ਜੀਜਾ ਜੈ ਰਾਮ ਕੋਲ ਸੁਲਤਾਨਪੁਰ ਇਸ ਲਈ ਭੇਜਿਆ ਤਾਂ ਕਿ ਉੱਥੇ ਕੋਈ ਕੰਮ ਕਰ ਸਕਣ, ਕੋਈ ਕਾਰੋਬਾਰ ਕਰ ਸਕਣ। ਠੀਕ ਹੈ। ਕਿਸੇ ਕਾਰੋਬਾਰ ਲਈ ਦੇਖਣ ਲਈ ਭੇਜਿਆ ਸੀ, ਕਿਉਂਕਿ ਉੱਥੇ ਉਹਨਾਂ ਦੀ ਭੈਣ ਨਾਨਕੀ ਤੇ ਜੀਜਾ ਜੈ ਰਾਮ ਸੀਗੇ। ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ? ਉੱਥੇ ਉਹਨਾਂ ਨੇ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕੀਤਾ। ਉੱਥੇ ਇੱਕ ਭੰਡਾਰੀ ਦਾ ਕੰਮ ਕੀਤਾ ਸੀ। 10 ਸਾਲ ਤੱਕ ਉਹਨਾਂ ਨੇ ਇੱਥੇ ਕੰਮ ਕੀਤਾ। ਠੀਕ। ਉਹਨਾਂ ਦੇ ਪੁੱਤਰਾਂ ਦੇ ਨਾਮ ਸ਼੍ਰੀ ਚੰਦ ਤੇ ਲਖਮੀ ਦਾਸ। ਸੱਚੇ ਗਿਆਨ ਦੀ ਪ੍ਰਾਪਤੀ 1499 ਈਸਵੀ ਵਿੱਚ ਦੇਖੋ ਹੋਈ ਹੈ। ਠੀਕ ਹੈ। ਪਤਾ ਹੈ ਨਾ, ਬੇਈ ਨਦੀ ਦੇ ਵਿੱਚ ਉਹ 3 ਦਿਨ ਉੱਥੇ ਉਹ ਲੋਪ ਰਹੇ ਸੀਗੇ। ਇੱਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ? ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਸੰਗਤ ਤੇ ਪੰਗਤ ਦੀ ਸ਼ੁਰੂਆਤ ਕੀਤੀ ਸੀ ਕਰਤਾਰਪੁਰ ਵਿਖੇ। ਕਿਹੜੀਆਂ 2 ਸੰਸਥਾਵਾਂ ਚਲਾਈਆਂ ਸੀ ਉਹਨਾਂ ਨੇ? ਸੰਗਤ ਤੇ ਪੰਗਤ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ? ਉਹਨਾਂ ਦੀਆਂ ਯਾਤਰਾਵਾਂ। ਠੀਕ ਹੈ, ਜੋ ਉਹਨਾਂ ਨੇ ਇੱਕ ਉਦਾਸੀ ਦੇ ਭੇਸ ਵਿੱਚ ਕੀਤੀਆਂ ਸੀਗੀਆਂ। ਠੀਕ ਹੈ। ਉਦਾਸੀਆਂ ਦਾ ਉਦੇਸ਼ ਕੀ ਸੀ? ਅੰਧ ਵਿਸ਼ਵਾਸਾਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਧਰਮ ਦੇ ਸਹੀ ਰਾਹ 'ਤੇ ਪਾਉਣਾ। ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਯਾਨੀ ਰਵਾਬੀ ਕੌਣ ਸੀ? ਭਾਈ ਮਰਦਾਨਾ ਜੀ। ਦੂਜੀ ਉਦਾਸੀ ਵਿੱਚ ਕਿੱਥੇ ਗਏ ਸੀ? ਗੁਰੂ ਨਾਨਕ ਦੇਵ ਜੀ ਭਾਰਤ ਦੇ ਉੱਤਰ ਵਿੱਚ ਗਏ ਸੀ। ਤੀਜੀ ਉਦਾਸੀ ਕਦੋਂ ਆਰੰਭ ਕੀਤੀ? 1517 ਈਸਵੀ ਵਿੱਚ ਆਰੰਭ ਕੀਤੀ। ਉਦੇਸ਼ ਅਸੀਂ ਕਰ ਲਿਆ। ਹਾਂਜੀ, ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਟ ਕਿੱਥੇ ਹੋਈ ਸੀ? ਤੁਲੰਬਾ ਵਿਖੇ। ਇਹ ਵੀ ਇੰਪੋਰਟੈਂਟ ਆ।
ਸੱਜਣ ਠੱਗ ਦੀ ਭੇਟ ਦਾ ਸੱਜਣ ਠੱਗ 'ਤੇ ਕੀ ਪ੍ਰਭਾਵ ਪਿਆ। ਠੀਕ ਹੈ, ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਟ ਦਾ ਸੱਜਣ 'ਤੇ ਕੀ ਪ੍ਰਭਾਵ ਹੋਇਆ। ਗੁਰੂ ਨਾਨਕ ਦੇਵ ਸੰਪਰਕ ਵਿੱਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਅਤੇ ਉਹ ਫਿਰ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਫਿਰ ਪ੍ਰਚਾਰ ਕਰਨ ਲੱਗ ਗਿਆ। ਗੋਰਖਮੱਤਾ ਦਾ ਨਾਂ ਨਾਨਕ ਮੱਤਾ ਕਿਵੇਂ ਪਿਆ। ਦੇਖੋ, ਜਿਹੜੀ ਗੋਰਖਮੱਤਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਉੱਥੇ ਜਿਹੜੇ ਨਾਥ ਜੋਗੀਆਂ ਨੂੰ ਨਾ ਜੀਵਨ ਦਾ ਸਹੀ ਉਪਦੇਸ਼ ਦੱਸਿਆ, ਅਸਲੀ ਕੀ ਆ। ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ। ਫਿਰ ਉੱਥੇ ਉਹਨਾਂ ਨੇ ਗੋਰਖਮੱਤਾ ਤੋਂ ਕੀ ਕਹਿਣਾ ਸ਼ੁਰੂ ਕਰ ਦਿੱਤਾ, ਨਾਨਕ ਮੱਤਾ, ਕਿਉਂਕਿ ਉਹਨਾਂ ਨੇ ਫਿਰ ਨਾਨਕ ਜੀ ਦੀ ਮੱਤ ਲੈ ਲਈ ਨਾ। ਫਿਰ ਗੁਰੂ ਨਾਨਕ ਦੇਵ ਜੀ ਦੀ ਕੋਈ ਇੱਕ ਸਿੱਖਿਆ ਲਿਖੋ। ਬਹੁਤ ਸਾਰੀਆਂ ਸਿੱਖਿਆਵਾਂ ਸੀ ਜਿਹਦਾ ਕੋਈ ਇੱਕ, ਪਰਮਾਤਮਾ ਇੱਕ ਹੈ ਅਤੇ ਸਾਨੂੰ ਸਿਰਫ ਉਸ ਦੀ ਹੀ ਪੂਜਾ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸੀ। ਨਿਰਾਕਾਰ, ਠੀਕ ਹੈ, ਸਵੈ ਵਿਦਮਾਨ, ਸਰਵ ਵਿਆਪਕ, ਸਰਵ ਸ਼ਕਤੀਮਾਨ, ਦਿਆਲੂ ਅਤੇ ਮਹਾਨ। ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ ਨਾਨਕ ਮੱਤਾ ਪਿਆ। ਗੋਰਖਮੱਤਾ। ਧੁਬਰੀ ਨਾਮ ਦੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ। ਸੰਤ ਸ਼ੰਕਰ ਦੇਵ ਨਾਲ। ਕਿਹਨਾਂ ਹੋਈ, ਸੰਤ ਸ਼ੰਕਰ ਦੇਵ ਨਾਲ। ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ 'ਤੇ ਇੱਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ। ਕਾਮਰੂਪ ਦੇ ਸਥਾਨ 'ਤੇ। ਠੀਕ ਹੈ, ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿੱਚ ਕਾਬੇ ਵੱਲ ਪੈਰ ਕਰਕੇ ਸੌਣ ਦਾ ਵਿਰੋਧ ਕਿਸ ਨੇ ਕੀਤਾ। ਉਹ ਕੀਤਾ ਸੀ ਕਾਜ਼ੀ ਰੁਕਨੁਦੀਨ ਨੇ। ਠੀਕ ਹੈ, ਰੁਕਨੁਦੀਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਜਿਹੜੀ ਸੀਗੀ ਉਦਾਸੀ ਦਾ ਆਰੰਭ ਕਿੱਥੋਂ ਕੀਤਾ ਸੀ, ਪਾਕਪਟਮ ਤੋਂ। ਬਾਬਰ ਨੇ ਕਿਸ ਸਥਾਨ 'ਤੇ ਗੁਰੂ ਜੀ ਨੂੰ ਬੰਦੀ ਬਣਾਇਆ ਸੀ, ਸ਼ਹਿਦਪੁਰ ਵਿੱਚ। ਇਹ ਬਹੁਤ ਇੰਪੋਰਟੈਂਟ ਹੈ ਵੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਬਾਬਰ ਦੇ ਸ਼ਹਿਦਪੁਰ 'ਤੇ ਹਮਲੇ ਦੀ ਨਿੰਦਾ ਕੀਤੀ, ਬਾਬਰ ਬਾਣੀ ਵਿੱਚ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ ਪਾਪਾਂ ਦੀ ਬਰਾਤ ਨਾਲ ਕੀਤੀ। ਬਾਬਰ ਨੇ ਜੋ ਭਾਰਤ ਤੀਸਰਾ ਹਮਲਾ ਕੀਤਾ ਸੀ ਨਾ, ਉਹਦੀ ਤੁਲਨਾ ਪਾਪਾਂ ਦੀ ਬਰਾਤ ਨਾਲ ਕੀਤੀ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ 'ਤੇ ਕੀ ਪ੍ਰਭਾਵ ਪਿਆ। ਇਸ ਮੋਸਟ ਇੰਪੋਰਟੈਂਟ ਕੁਐਸਚਨ। ਉਹਨਾਂ ਦੀ ਸਿੱਖਿਆਵਾਂ ਦੇ ਪ੍ਰਭਾਵ ਨਾਲ ਇੱਕ ਤਾਂ ਮੂਰਤੀ ਪੂਜਾ ਅਤੇ ਕਈ ਦੇਵੀ ਦੇਵਤਾ ਦੀ ਪੂਜਾ ਘੱਟ ਹੋ ਗਈ ਅਤੇ ਲੋਕ ਇੱਕ ਪਰਮਾਤਮਾ ਦੀ ਪੂਜਾ ਕਰਨ ਲੱਗੇ। ਦੂਸਰਾ, ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦਭਾਵ ਭੁੱਲ ਕੇ ਨਾ ਇੱਕ ਦੂਜੇ ਦੇ ਨੇੜੇ ਆ ਗਏ। ਇਹ ਹੋਇਆ ਸੀ। ਕਰਤਾਰਪੁਰ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ। 1521 ਈਸਵੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ। ਇਸ ਦੇ ਲਈ ਦੀਵਾਨ ਕਰੋੜੀ ਮੁੱਲ ਖੱਤਰੀ ਨਾਂ ਦੇ ਇੱਕ ਵਿਅਕਤੀ ਨੇ ਭੂਮੀ ਭੇਟ ਦਿੱਤੀ। ਕਹਿੰਦੇ ਦੀਵਾਨ ਕਰੋੜੀ। ਠੀਕ ਹੈ, ਦੀਵਾਨ ਕਰੋੜੀ ਮੱਲ ਖੱਤਰੀ। ਅੰਤਮ ਸਾਲ ਕਿਵੇਂ ਬੀਤੇ ਸੀ। ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ ਪਾਕਿਸਤਾਨ ਵਿੱਚ ਧਰਮ ਪ੍ਰਚਾਰ ਕਰਦਿਆਂ ਹੀ ਬੀਤੇ। 18 ਸਾਲ ਕਿੱਥੇ ਬਿਤਾਏ। ਅੰਤਿਮ ਕਰਤਾਰਪੁਰ ਵਿੱਚ ਹੀ। ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਕਿੱਥੇ ਮਿਲਦਾ। ਜਪਜੀ ਸਾਹਿਬ ਵਿੱਚ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ। 22 ਸਤੰਬਰ 1539 ਨੂੰ। ਲੰਗਰ ਪ੍ਰਥਾ ਤੋਂ ਕੀ ਭਾਵ ਹੈ ਕਿ ਸਾਰਿਆਂ ਨੇ ਬਿਨਾਂ ਕਿਸੇ ਭੇਦਭਾਵ ਨਾਲ ਇੱਕ ਸਥਾਨ 'ਤੇ ਬੈਠ ਕੇ ਭੋਜਨ ਕਰਨਾ ਆ। ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ। ਸਿਆਲਕੋਟ ਵਿੱਚ। ਕਿੱਥੇ ਹੈ, ਸਿਆਲਕੋਟ ਵਿੱਚ। ਉਸ ਤੋਂ ਬਾਅਦ ਹੈ ਖਾਲਿਸਤਾਨ। ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਜਿਹੜੇ 20 ਰੁਪਏ ਜਿਹੜੇ ਦਿੱਤੇ ਗਏ, ਉਸ ਘਟਨਾ ਨੂੰ ਸਾਧੂ ਸੰਤਾਂ ਨੇ ਭੋਜਨ ਕਰਾਇਆ ਸੀ ਨਾ, ਉਹ ਸੱਚਾ ਸੌਦਾ ਨੂੰ ਕਿਹਾ ਜਾਂਦਾ। ਉਹਨਾਂ ਦੀ ਪਤਨੀ ਦਾ ਨਾਮ ਬੀਬੀ ਸੁਲੱਖਣੀ ਅਤੇ ਜਿਹੜੇ ਪੁੱਤਰ ਸੀ ਸ਼੍ਰੀ ਚੰਦ ਅਤੇ ਲక్ష్ਮੀ ਦਾਸ। ਬਾਕੀ ਬਾਰਾਮਲਾਰ, ਵਾਰਾ ਆਸਾਂ, ਜਪਜੀ ਸਾਹਿਬ ਅਤੇ ਬਾਰਾਂਮਾਹ। ਠੀਕ ਹੈ, ਇਹ ਉਹਨਾਂ ਦੀਆਂ ਰਚਨਾਵਾਂ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ ਤਲਵੰਡੀ ਨਾਮ ਦੇ ਪਿੰਡ 'ਚ ਹੋਇਆ। ਪੰਜਾ ਸਾਹਿਬ ਹੁਣੇ ਆਪਾਂ ਕੀਤਾ, ਗੁਰਦੁਆਰਾ ਪੰਜਾ ਸਾਹਿਬ ਸਿਆਲਕੋਟ ਵਿਖੇ ਹੈ। ਗੁਰੂ ਨਾਨਕ ਦੇਵ ਜੀ ਦੀ ਪਤਨੀ ਕਿੱਥੇ ਦੇ ਰਹਿਣ ਵਾਲੇ ਸੀਗੇ, ਬਟਾਲਾ। ਠੀਕ ਹੈ, ਕਰਤਾਰਪੁਰ ਦੀ ਸਥਾਪਨਾ ਕੀਤੀ ਕਿਹਨਾਂ ਨੇ ਕੀਤੀ, ਹੁਣੇ ਆਪਾਂ ਕੀਤਾ ਗੁਰੂ ਨਾਨਕ ਦੇਵ ਜੀ ਨੇ। ਸੱਜਣ ਠੱਗ ਨਾਲ ਉਹਨਾਂ ਦੀ ਮੁਲਾਕਾਤ ਕਿੱਥੇ ਹੋਈ ਸੀ, ਕਿ ਤਲੰਬਾ ਵਿੱਚ ਹੋਈ ਸੀ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ। ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ ਕਿਸ ਜਗ੍ਹਾ 'ਤੇ, ਸ਼ਹਿਦਪੁਰ ਦੇ ਵਿੱਚ। ਇਹ ਵੀ ਆਪਾਂ ਕਰ ਲਿਆ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਾਂ ਮਤਲਬ ਕਰਨਾ ਮੈਚ ਕਰਨੇ ਆ। ਪਹਿਲਾਂ ਉਹਨਾਂ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ। ਕਰਤਾਰਪੁਰ ਦੀ ਭੂਮੀ ਕਹਿੰਦੇ ਦਿੱਤੀ ਸੀ, ਦੀਵਾਨ ਕਰੋੜੀ ਮੱਲ ਖੱਤਰੀ ਨੇ। ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇ ਸਾਥੀ ਕੌਣ ਸੀਗੇ, ਭਾਈ ਮਰਦਾਨਾ ਜੀ। ਧੁਬਰੀ ਨਾਮ ਦੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਮੁਲਾਕਾਤ ਕਿਹਨਾਂ ਹੋਈ ਸੀ, ਸੰਤ ਸ਼ੰਕਰ ਦੇਵ ਨਾਲ। ਸੋ ਮੈਚ ਦਾ ਕਾਲਮ ਵੀ ਸਾਨੂੰ ਪੇਪਰ 'ਚ ਆ ਸਕਦੇ। ਇਹ ਬਹੁਤ ਇੰਪੋਰਟੈਂਟ ਹੈਗੇ ਆ ਅਤੇ ਇਹਨਾਂ ਨੂੰ ਧਿਆਨ ਨਾਲ ਕਰਨਾ। ਮੋਸਟ ਆਫ ਦਾ ਇੰਪੋਰਟੈਂਟ ਜਿੰਨੇ ਕੁਐਸਚਨ ਸੀ ਆਪਾਂ ਸਾਰੇ ਕਰ ਲਏ ਆ। ਜੇ ਵੀਡੀਓ ਪਸੰਦ ਆਈ ਮੈਨੂੰ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਥੈਂਕਸ ਫॉर ਵਾਚਿੰਗ।